ਹੁਸ਼ਿਆਰਪੁਰ ਦੇ ਟੀਚਰ ਨੂੰ ਜ਼ਮੀਨ ਵਿੱਚੋਂ ਲੱਭੀ ਅਨਮੋਲ ਚੀਜ਼ ਰਾਤੋਂ ਰਾਤ ਬਣ ਗਿਆ ਕਰੋੜਾਂ ਦਾ ਮਾਲਕ। ਦੂਰੋਂ ਦੂਰੋਂ ਆ ਰਹੇ ਨੇ ਲੋਕ ਦੇਖਣ। ਕਹਿੰਦੇ ਨੇ ਜਿਹੜੇ ਅਧਿਆਪਕ ਨੇ ਉਹੀ ਆਪਣੇ ਬੱਚਿਆਂ ਦੀ ਜ਼ਿੰਦਗੀ ਬਦਲ ਦਿੰਦੇ ਨੇ। ਜਿਹੜੇ ਬੱਚਿਆਂ ਨੂੰ ਉਹ ਪੜਾਉਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਚੀਜ਼ਾਂ ਸਿਖਾਉਂਦੇ ਨੇ ਕਿ ਜੀਵਨ ਦੇ ਵਿੱਚ ਕਿਵੇਂ ਰਹਿਣਾ ਹੈ, ਜੀਵਨ ਕਿਵੇਂ ਬਤੀਤ ਕਰਨਾ ਹੈ। ਪਰ ਇੱਕ ਟੀਚਰ ਹੀ ਅਜਿਹੀ ਹਰਕਤ ਕਰ ਦੇਵੇਗਾ, ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਇੱਕ ਗੁਰਸਿੱਖ ਵਿਅਕਤੀ ਜੋ ਕਿ ਗੁਰੂ ਦੇ ਲੜ ਲੱਗਾ ਹੋਇਆ ਗੁਰਦੁਆਰਾ ਸਾਹਿਬ ਵੀ ਜਾਂਦਾ, ਇੱਕ ਸਰਕਾਰੀ ਟੀਚਰ ਸੀਗਾ ਤੇ ਬਹੁਤ ਵਧੀਆ ਜਿਹੜਾ ਪਰਿਵਾਰ ਚੱਲਦਾ ਸੀ, ਘਰ ਦੇ ਵਿੱਚ ਕੋਈ ਕਮੀ ਨਹੀਂ। ਆਪਣੇ ਬੱਚਿਆਂ ਨੂੰ ਜੋ ਹੈ ਵਧੀਆ ਪੜ੍ਹਾ ਲਿਖਾ ਦਿੱਤਾ, ਵਧੀਆ ਨੌਕਰੀਆਂ ਤੇ ਬੱਚੇ ਲੱਗ ਗਏ ਤੇ ਉਮਰ ਉਸਦੀ ਬੀਤਦੀ ਗਈ। ਜਦੋਂ 60 ਸਾਲ ਦੀ ਉਮਰ ਹੋ ਗਈ ਤੇ ਰਿਟਾਇਰ ਹੋ ਗਿਆ ਤੇ ਘਰ ਬੈਠ ਗਿਆ ਤਾਂ ਵਧੀਆ ਜ਼ਿੰਦਗੀ ਤਾਂ ਵੀ ਬਤੀਤ ਹੋ ਰਹੀ ਸੀ। ਪਰ ਉਹ ਟੀਚਰ ਦੇ ਵੱਲੋਂ, ਉਸ ਅਧਿਆਪਕ ਦੇ ਵੱਲੋਂ ਜੋ ਕੁਝ ਕੀਤਾ ਜਾਂਦਾ ਸੀ, ਜੋ ਹਰਕਤਾਂ ਉਸ ਦੇ ਵੱਲੋਂ ਕੀਤੀਆਂ ਜਾਂਦੀਆਂ ਸੀ, ਜਦ ਸੱਚ ਸਾਰਿਆਂ ਦੇ ਸਾਹਮਣੇ ਆਇਆ ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਉਹ ਜੋ ਟੀਚਰ ਸੀਗਾ ਗੁਰਸਿੱਖ ਸੀਗਾ ਤੇ ਗੁਰੂ ਦੇ ਲੜ ਵੀ ਲੱਗਾ ਹੋਇਆ, ਪਰ ਇੱਕ ਗੁਰਸਿੱਖ ਵਿਅਕਤੀ ਅਜਿਹੀ ਹਰਕਤ ਕਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ। ਰੋਜ਼ਾਨਾ ਉਹ ਗੁਰਸਿੱਖ ਵਿਅਕਤੀ ਜੋ ਹੈ ਉਹ ਪਲਾਟ ਦੇ, ਉਹਨਾਂ ਦੇ ਘਰ ਦੇ ਸਾਹਮਣੇ ਇੱਕ ਪਲਾਟ ਸੀ, ਉੱਥੇ ਜਾਂਦਾ ਤੇ ਕੁਝ ਚੀਜ਼ ਜਿਹੜੀ ਆ ਲੱਭਦਾ ਤਾਂ ਫਿਰ ਉਹਨੂੰ ਲੱਭ ਕੇ ਰੋਜ਼ਾਨਾ ਫਿਰ ਉਸ ਤੋਂ ਕੁਝ ਚੀਜ਼ ਲੈ ਕੇ ਫਿਰ ਚਲਾ ਜਾਂਦਾ ਤੇ ਰੋਜ਼ਾਨਾ ਹੀ ਇੱਕ ਦਿਨ ਦੇ ਵਿੱਚ 3 ਤੋਂ 4 ਵਾਰੀ ਉਹ ਉਸ ਪਲਾਟ ਦੇ ਵਿੱਚ ਜਾਂਦਾ। ਲੋਕੀ ਵੀ ਦੇਖਦੇ ਰਹਿੰਦੇ ਕਿ ਆਖਰਕਾਰ ਇਹ ਗੁਰਸਿੱਖ ਵਿਅਕਤੀ ਕਰਦਾ ਕੀ ਹੈ, ਪਰ ਕੋਈ ਵੀ ਗੌਰ ਨਹੀਂ ਕਰਦਾ, ਸਭ ਨਜ਼ਰਅੰਦਾਜ਼ ਕਰ ਦਿੰਦੇ। ਪਰ ਜਦੋਂ ਇਹ ਹੌਲੀ ਹੌਲੀ ਵਿਅਕਤੀ ਰੋਜ਼ਾਨਾ ਪਲਾਟ ਦੇ ਵਿੱਚ ਜਾਂਦਾ, ਇੱਕ ਚੀਜ਼ ਚੱਕਦਾ, ਫਿਰ ਥੋੜੀ ਦੇਰ ਬਾਅਦ ਉੱਥੇ ਕੁਝ ਸੁੱਟ ਦਿੰਦਾ, ਤਾਂ ਇਹ ਜੋ ਇਹ ਕਹਿ ਸਕਦੇ ਕਿ ਇਸ ਤਰੀਕੇ ਦੇ ਨਾਲ ਰੋਜ਼ਾਨਾ ਹੁੰਦਾ ਗਿਆ। ਤਾਂ ਲੋਕ ਵੀ ਸੋਚ ਰਹੇ ਸੀ ਕਿ ਆਖਰਕਾਰ ਇਹ ਕੀ ਹੋ ਰਿਹਾ, ਪਰ ਨਜ਼ਰਅੰਦਾਜ਼ ਵੀ ਕੀਤਾ ਗਿਆ। ਇੱਕ ਦਿਨ ਉਹ ਵਿਅਕਤੀ ਜੋ ਹੈ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਉਸਦਾ ਮੂੰਹ ਗਲਣਾ ਸ਼ੁਰੂ ਹੋ ਗਿਆ। ਤਾਂ ਫਿਰ ਜਦੋਂ ਡਾਕਟਰ ਦੇ ਕੋਲ ਜਾਇਆ ਗਿਆ ਤੇ ਡਾਕਟਰਾਂ ਨੇ ਜਦੋਂ ਜਾਂਚ ਕੀਤੀ ਤਾਂ ਡਾਕਟਰਾਂ ਨੇ ਪੁੱਛਿਆ ਕਿ ਤੁਸੀਂ ਕੁਝ ਖਾਂਦੇ ਹੋ ਜਾਂ ਕੋਈ ਤੰਬਾਕੂ ਗੁਟਕਾ ਵਗੈਰਾ ਕੁਝ ਖਾਂਦੇ ਹੋ? ਤਾਂ ਗੁਰਸਿੱਖ ਨੇ ਕਿਹਾ ਕਿ ਮੈਂ ਤਾਂ ਇੱਕ ਗੁਰਸਿੱਖ ਵਿਅਕਤੀ ਹਾਂ, ਮੈਂ ਇਹ ਚੀਜ਼ਾਂ ਕਿਵੇਂ ਖਾ ਸਕਦਾ। ਫਿਰ ਉਸ ਤੋਂ ਬਾਅਦ ਜਦੋਂ ਟੈਸਟ ਹੁੰਦੇ ਨੇ, ਟੈਸਟ ਕੀਤੇ ਜਾਂਦੇ ਨੇ ਤੇ ਟੈਸਟਾਂ ਦੇ ਵਿੱਚ ਉਸ ਵਿਅਕਤੀ ਨੂੰ ਕੈਂਸਰ ਆਉਂਦਾ ਹੁੰਦਾ ਤੇ ਕੈਂਸਰ ਨਿਕਲ ਆਉਂਦਾ ਹੈ। ਤੇ ਕੈਂਸਰ ਇਸ ਕਰਕੇ ਹੁੰਦਾ ਕਿ ਉਹ ਵਿਅਕਤੀ ਤੰਬਾਕੂ ਖਾਂਦਾ ਹੁੰਦਾ ਹੈ, ਗੁਟਕਾ ਖਾਂਦਾ ਹੁੰਦਾ ਹੈ। ਤੇ ਜਦੋਂ ਪਰਿਵਾਰ ਸਾਹਮਣੇ ਇਹ ਸੱਚ ਆਇਆ, ਪਤਨੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਉਸਦਾ ਪਤੀ ਗੁਟਕਾ ਨਹੀਂ ਖਾ ਸਕਦਾ। ਪਰ ਚਲੋ ਇਹ ਗੱਲ ਸਾਰੀ ਜਦੋਂ ਨਜ਼ਰਅੰਦਾਜ਼ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਗੱਲ ਕਰੀਏ ਤਾਂ ਫਿਰ ਉਹ ਵਿਅਕਤੀ ਜੋ ਹੈ ਘਰ ਆ ਜਾਂਦਾ ਹੈ। ਹੌਲੀ ਹੌਲੀ ਉਸਦਾ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ ਤੇ ਉਹ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਇੱਕ ਦਿਨ ਉਸਦਾ ਚੂਲਾ ਟੁੱਟ ਜਾਂਦਾ ਹੈ ਤੇ ਫਿਰ ਨਵਾਂ ਚੂਲਾ ਵੀ ਪਵਾਇਆ ਜਾਂਦਾ ਹੈ ਤੇ ਫਿਰ ਉਹ ਵੀਲ ਚੇਅਰ ਤੇ ਜਾਂਦਾ ਹੈ ਤਾਂ ਆਪਣੇ ਪੈਰਾਂ ਤੇ ਨਹੀਂ ਖੜ ਪਾਉਂਦਾ। ਉਹ ਘਰ ਤੋਂ ਬਾਹਰ ਜਾਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦਾ ਹੈ ਕਿਉਂਕਿ ਉਸਨੂੰ ਗੁਟਕੇ ਦੀ ਤੋੜ ਲੱਗੀ ਹੁੰਦੀ ਹੈ, ਉਸਨੇ ਤੰਬਾਕੂ ਖਾਣਾ ਹੁੰਦਾ ਹੈ, ਪਰ ਉਹ ਨਹੀਂ ਜਾ ਪਾਉਂਦਾ ਕਿਉਂਕਿ ਆਪਣੇ ਪੈਰਾਂ ਤੇ ਉਹ ਖੜਾ ਨਹੀਂ ਹੋ ਪਾਉਂਦਾ। ਤੇ ਇੱਕ ਦਿਨ ਉਸਨੇ ਇੰਨੀ ਕੁ ਕੋਸ਼ਿਸ਼ ਕਰਕੇ ਵੀਲ ਚੇਅਰ ਤੇ ਜੋ ਹੈ ਘਰ ਤੋਂ ਬਾਹਰ ਨਿਕਲ ਗਿਆ ਤੇ ਸਾਹਮਣੇ ਵਾਲੇ ਪਲਾਟ ਤੇ ਜਾ ਕੇ ਉਸਨੇ ਚੀਜ਼ ਨੂੰ ਇੱਕ ਕੁਝ ਖੋਦਣਾ ਸ਼ੁਰੂ ਕਰਤਾ, ਕੁਝ ਲੱਭਣਾ ਸ਼ੁਰੂ ਕਰ ਦਿੱਤਾ। ਵੀਲ ਚੇਅਰ ਤੇ ਬੈਠਾ ਬੈਠਾ ਉਹ ਵਿਅਕਤੀ ਡਿੱਗ ਗਿਆ। ਤਾਂ ਫਿਰ ਜਦੋਂ ਲੋਕਾਂ ਨੇ ਉਸਦੀ ਮਦਦ ਕਰਨੀ ਚਾਹੀ ਤਾਂ ਲੋਕ ਆ ਕੇ ਉਸ ਗੁਰਸਿੱਖ ਨੂੰ ਦੇਖਣ ਲੱਗੇ, ਪਰ ਉਸ ਗੁਰਸਿੱਖ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ। ਫਿਰ ਵੀ ਉਹ ਕੁਝ ਚੀਜ਼ ਲੱਭਦਾ ਗਿਆ, ਪਰ ਜਦੋਂ ਉਸਦੇ ਹੱਥ ਵਿੱਚ ਲੱਗ ਗਈ ਤੇ ਉਸਨੇ ਲੋਕਾਂ ਦੀ ਪਰਵਾਹ ਵੀ ਨਹੀਂ ਕੀਤੀ ਤੇ ਉੱਚੋਂ ਗੁਟਕਾ ਕੱਢਿਆ ਤਾਂ ਫਿਰ ਆਪਣੇ ਮੂੰਹ ਵਿੱਚ ਪਾ ਲਿਆ। ਤਾਂ ਉਸਦੀ ਪਤਨੀ ਵੀ ਇਹ ਸਾਰਾ ਕੁਝ ਦੇਖ ਕੇ ਹੈਰਾਨ ਹੋ ਗਈ। ਉਹ ਭੀੜ ਦੇ ਵਿੱਚ ਉਹ ਵੀ ਖੜੀ ਸੀ ਤੇ ਸਾਰੇ ਹੱਕੇ ਬੱਕੇ ਰਹਿ ਗਏ ਕਿ ਇੱਕ ਗੁਰਸਿੱਖ ਵਿਅਕਤੀ ਅਜਿਹਾ ਕਿਵੇਂ ਕਰ ਸਕਦਾ ਹੈ। ਪਰਿਵਾਰ ਮੈਂਬਰ ਜਿਹੜੇ ਨੇ ਉਹਨਾਂ ਦੇ ਸਾਹਮਣੇ ਜਦੋਂ ਸੱਚ ਆਇਆ ਤੇ ਸਾਰੇ ਬਹੁਤ ਸ਼ਰਮਿੰਦਾ ਹੋਏ ਕਿ ਲੋਕ ਕੀ ਕਹਿਣਗੇ ਕਿ ਇੱਕ ਗੁਰਸਿੱਖ ਵਿਅਕਤੀ ਅਜਿਹੀਆਂ ਹਰਕਤਾਂ ਕਰਦਾ। ਤੁਸੀਂ ਵੀ ਜ਼ਰੂਰ ਸੋਚੋ, ਦੱਸੋ ਕਿ ਆਖਰਕਾਰ ਤੁਹਾਨੂੰ ਕੀ ਲੱਗਦਾ ਕਿ ਇੱਕ ਗੁਰਸਿੱਖ ਵਿਅਕਤੀ ਅਜਿਹੀ ਹਰਕਤ ਕਰੇ, ਗੁਟਕਾ ਖਾਵੇ ਤਾਂ ਉਸਨੂੰ ਕੀ ਸ਼ੋਭਾ ਦਿੰਦਾ ਹੈ ਜਾਂ ਫਿਰ ਨਹੀਂ? ਤੁਸੀਂ ਵੀ ਕਮੈਂਟ ਕਰੋ। ਤੇ ਇੱਕ ਗੁਰਸਿੱਖ ਵਿਅਕਤੀ ਅਜਿਹੀਆਂ ਹਰਕਤਾਂ ਕਰੇ ਤੇ ਪਰਿਵਾਰ ਵਾਲੇ ਜਿਹੜੇ ਨੇ ਅੱਜ ਵੀ ਬਹੁਤ ਜ਼ਿਆਦਾ ਸ਼ਰਮਿੰਦਾ ਨੇ ਤੇ ਸ਼ਰਮਿੰਦਗੀ ਦੇ ਵਿੱਚ ਹੀ ਜੀਵਨ ਬਤੀਤ ਕਰਦੇ ਨੇ।